इतिहास ਦੀਆਂ ਜਦੋਂ ਸਭ ਤੋਂ ਭੇਦ ਭਰੀਆਂ ਸੱਭਿਅਤਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਭਾਰਤ ਦੀ ਇੰਡਸ ਵੈਲੀ ਜਾਨੀ ਕਿ ਸਿੰਧੂ ਘਾਟੀ ਦੀ ਸੱਭਿਅਤਾ ਸਭ ਤੋਂ ਉੱਪਰ ਆਉਂਦੀ ਹੈ ਕਿਉਂਕਿ ਇਹ ਸੱਭਿਅਤਾ ਦੇ ਵਿੱਚ ਪੱਕੀਆਂ ਇੱਟਾਂ ਨਾਲ ਬਣੇ ਹੋਏ ਘਰ ਸਿਸਟਮ ਦੇ ਨਾਲ ਬਣੇ ਹੋਏ ਟਾਇਲਟ ਡਰੇਨ ਸਿਸਟਮ ਅਤੇ ਮਾਡਰਨ ਪਾਣੀ ਦੀ ਸਪਲਾਈ ਦਾ ਸਿਸਟਮ ਜਿਹੀਆਂ ਕਈ ਆਧੁਨਿਕ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਿਨ੍ਹਾਂ ਦਾ ਤਕਰੀਬਨ ਅੱਜ ਤੋਂ 5000 ਸਾਲ ਪਹਿਲਾਂ ਇਸ ਦੁਨੀਆ ਦੇ ਵਿੱਚ ਹੋਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਜਿਹੀਆਂ ਸਿੰਧੂ ਘਾਟੀ ਦੇ ਨਾਲ ਜੁੜੀਆਂ ਹੋਈਆਂ ਖਾਸ ਅਤੇ ਭੇਦ ਭਰੀਆਂ ਗੱਲਾਂ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਜਾਣ ਕੇ ਆਖਰ ਤੁਹਾਨੂੰ ਸਮਝ ਆ ਜਾਵੇਗਾ कि क्यों इस सभ्यता ਨੂੰ ਭੇਦ ਭਰੀ ਤੇ ਇੰਨੀ ਜ਼ਿਆਦਾ ਰਹੱਸਮਈ ਮੰਨਿਆ ਜਾਂਦਾ ਹੈ। ਸਿੰਧੂ ਘਾਟੀ ਦੀ ਸਭ्यता ਦੀ ਸ਼ੁਰੂਆਤ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਜਾਨੀ ਕਿ 3300 BCE ਦੇ ਵਿੱਚ ਹੋਈ ਸੀ ਜਿਸ ਤੋਂ ਬਾਅਦ ਇਹ ਸਭ्यता 1300 BCE ਤੱਕ ਦੁਨੀਆ ਦੇ ਵਿੱਚ ਮੌਜੂਦ ਰਹੀ। ਆਰਕੀਓਲੋਜਿਸਟ ਦੱਸਦੇ ਨੇ ਕਿ ਇਹ ਸਭ्यता ਅੱਜ ਦੇ ਜ਼ਮਾਨੇ ਦੇ ਅਫਗਾਨਿਸਤਾਨ ਤੋਂ ਲੈ ਕੇ ਪਾਕਿਸਤਾਨ ਹੁੰਦੇ ਹੋਏ ਭਾਰਤ ਦੇ ਉੱਤਰੀ ਪੱਛਮੀ ਹਿੱਸੇ ਤੱਕ ਫੈਲੀ ਹੋਈ ਸੀ। ਪ੍ਰਾਚੀਨ ਸਮੇਂ ਦੇ ਇਹ ਮਿਸਰ ਦੀ ਮੈਸੋਪੋਟਾਮੀਆ ਸਭ्यता ਦੇ ਨਾਲ ਦੁਨੀਆ ਦੀ ਤੀਜੀ ਸਭ ਤੋਂ ਐਡਵਾਂਸ ਸਭ्यता ਦੇ ਵਿੱਚ ਗਿਣੀ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ ਸਿੰਧੂ ਘਾਟੀ ਇੱਕ ਸ਼ਹਿਰੀ ਸਭ्यता ਸੀ ਜਿਸ ਦੇ ਅੰਦਰ ਬਨਵਾਲੀ ਕਾਲੀਬੰਗਾ ਕੋਟਡੀਜੀ ਅਤੇ ਆਲਮਗੀਰ ਜਿਹੇ ਵੱਡੇ ਸ਼ਹਿਰ ਹੋਇਆ ਕਰਦੇ ਸਨ ਪਰ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚੋਂ ਮੋਹਨਜੋਦੜੋ ਅਤੇ ਹੜੱਪਾ ਮੇਨ ਸ਼ਹਿਰ ਸਨ ਕਿਉਂਕਿ ਉਸ ਟਾਈਮ ਸਿੰਧੂ ਘਾਟੀ ਸਭ्यता ਦੇ ਅੰਦਰ ਵਪਾਰ ਦੇ ਪੱਖ ਤੋਂ ਇਹ ਦੋਨੇ ਮੇਨ ਸ਼ਹਿਰ ਹੋਇਆ ਕਰਦੇ ਸਨ। ਸਿੰਧੂ ਘਾਟੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਸ ਦੇ ਵਿੱਚ ਰਹਿਣ ਵਾਲੇ ਲੋਕ ਤਕਨੀਕੀ ਰੂਪ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਸਨ। ਇਸ ਸਭ्यता ਦੇ ਸਾਰੇ ਸ਼ਹਿਰਾਂ ਨੂੰ ਉੱਚ ਦਰਜੇ ਦੀ ਤਕਨੀਕ ਅਤੇ ਬਹੁਤ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਸੀ। ਖਾਸ ਤੌਰ ਤੇ ਮੋਹਨਜੋਦੜੋ ਤੇ ਹੜੱਪਾ ਇਹ ਦੋਨੇ ਸ਼ਹਿਰ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੇ ਸਨ ਕਿਉਂਕਿ ਇਹਨਾਂ ਸ਼ਹਿਰਾਂ ਦੇ ਵਿੱਚ ਅੱਗ ਨਾਲ ਪੱਕੀਆਂ ਹੋਈਆਂ ਇੱਟਾਂ ਦੇ ਘਰ ਬਣਾਏ ਜਾਂਦੇ ਸੀ ਜਿਹੜੇ ਕਿ 2 ਮੰਜ਼ਲਾਂ ਤੱਕ ਉੱਚੇ ਹੋਇਆ ਕਰਦੇ ਸਨ। ਨਾਲ ਹੀ ਉਹ ਘਰਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਸੀ ਕਿ ਕੁਦਰਤੀ ਹਵਾ ਉਹਨਾਂ ਦੇ ਵਿੱਚ ਦੀ ਕ੍ਰਾਸ ਕਰਦੀ ਰਹੇ। ਇਸ ਤੋਂ ਬਿਨਾਂ ਇਹ ਦੋਵੇਂ ਸ਼ਹਿਰਾਂ ਦੀ ਖੁਦਾਈ 'ਚ ਮਿਲੇ ਹੋਏ ਅਵਸ਼ੇਸ਼ਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਹਨਾਂ ਘਰਾਂ ਦੇ ਟਾਇਲਟ ਫਲਸ਼ ਸਿਸਟਮ ਤਕਨੀਕ ਦੇ ਨਾਲ ਬਣਾਏ ਜਾਂਦੇ ਸਨ ਜਿਹੜੀ ਕਿ ਇੱਕ ਵਾਕਈ ਹੈਰਾਨ ਕਰਨ ਵਾਲੀ ਗੱਲ ਹੈ। ਇੱਥੇ ਲੋਕਾਂ ਦੇ ਆਉਣ ਜਾਣ ਲਈ ਚੌੜੀਆਂ ਸੜਕਾਂ ਅਤੇ ਸਾਫ਼ ਸਫਾਈ ਦੇ ਲਈ ਵਧੀਆ ਸੀਵਰੇਜ ਸਿਸਟਮ ਬਣਿਆ ਹੋਇਆ ਸੀ ਜਿਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਿੰਧੂ ਘਾਟੀ ਦੇ ਲੋਕ ਸਾਫ਼ ਸਫਾਈ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਸਨ। ਮਿਸਰ ਤੇ ਮੈਸੋਪੋਟਾਮੀਆ ਦੁਨੀਆ ਦੇ ਦੂਜੀ ਸਭ्यताਵਾਂ ਦੇ ਵਿੱਚ ਜਿੱਥੇ ਧਾਰਮਿਕ ਸਥਾਨਾਂ ਦੀਆਂ ਇਮਾਰਤਾਂ ਹੀ ਸਭ ਤੋਂ ਵੱਡੀਆਂ ਹੋਇਆ ਕਰਦੀਆਂ ਸਨ ਉੱਥੇ ਸਿੰਧੂ ਘਾਟੀ ਦੇ ਵਿੱਚ ਜੋ ਸਭ ਤੋਂ ਵੱਡਾ ਢਾਂਚਾ ਮਿਲਿਆ ਹੈ ਉਹ ਹੈ ਪਬਲਿਕ ਬਾਥ ਯਾਨੀ ਕਿ ਸਰਵਜਨਕ ਇਸ਼ਨਾਨ ਘਰ। ਇਹ ਇਸ਼ਨਾਨ ਘਰ ਮੋਹਨਜੋਦੜੋ ਸ਼ਹਿਰ ਦੇ ਅੰਦਰ ਖੋਜਿਆ ਗਿਆ ਸੀ। ਇਸ ਦੇ ਵੱਡੇ ਸਾਈਜ਼ ਦੇ ਕਾਰਨ ਇਸ ਨੂੰ ਗ੍ਰੇਟ ਬਾਥ ਦਾ ਨਾਮ ਵੀ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਬਣਾਉਣ ਦਾ ਮਕਸਦ ਕੀ ਸੀ ਇਹ ਹਾਲੇ ਤੱਕ ਸਾਫ਼ ਨਹੀਂ ਹੋ ਪਾਇਆ ਪਰ ਬਹੁਤ ਜ਼ਿਆਦਾ ਐਕਸਪਰਟ ਇਹ ਗੱਲ ਮੰਨਦੇ ਨੇ ਕਿ ਅਜਿਹੇ ਇਸ਼ਨਾਨ ਘਰ ਸ਼ਾਇਦ ਧਾਰਮਿਕ ਰੀਤੀ ਰਿਵਾਜਾਂ ਨੂੰ ਕਰਨ ਸਮੇਂ ਵਰਤੇ ਜਾਂਦੇ ਸਨ ਕਿਉਂਕਿ ਇਸ ਤਰ੍ਹਾਂ ਦੀ ਧਾਰਮਿਕ ਕਿਰਿਆਵਾਂ ਅੱਜ ਵੀ ਹਿੰਦੂ ਬੌਧ ਅਤੇ ਜੈਨ ਧਰਮ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ। ਜੇਕਰ ਅਸੀਂ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਸਿੰਧੂ ਘਾਟੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਇੰਜੀਨੀਅਰਿੰਗ ਸਕਿੱਲ ਕਾਫੀ ਜ਼ਿਆਦਾ ਵਧੀਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਲੋਕਾਂ ਨੇ ਉਸ ਟਾਈਮ ਕਾਪਰ ਟੀਨ ਅਤੇ ਪਿੱਤਲ ਦੀਆਂ ਚੀਜ਼ਾਂ ਨੂੰ ਬਣਾਉਣ ਦੀ ਤਕਨੀਕ ਸਿੱਖ ਲਈ ਸੀ। ਖੁਦਾਈ ਵਿੱਚ ਮਿਲੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਧਾਤਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਗਹਿਣੇ ਬਣਾ ਕੇ ਪਾਇਆ ਕਰਦੇ ਸਨ ਜਿਨ੍ਹਾਂ ਦੇ ਵਿੱਚ ਗਲ ਦੇ ਹਾਰ ਅਤੇ ਹੱਥਾਂ ਦੀਆਂ ਚੂੜੀਆਂ ਆਦਿ ਸ਼ਾਮਲ ਹਨ। ਸਿੰਧੂ ਘਾਟੀ ਦੇ ਲੋਕ ਆਪਣੇ ਸਮੇਂ ਦੇ ਮਿਸਰ ਅਤੇ ਮੈਸੋਪੋਟਾਮੀਆ ਸਭ्यता ਦੇ ਲੋਕਾਂ ਦੇ ਨਾਲ ਆਪਸ ਦੇ ਵਿੱਚ ਵਪਾਰ ਵੀ ਕਰਿਆ ਕਰਦੇ ਸਨ। ਦੁਨੀਆ ਦੇ ਬਹੁਤ ਸਾਰੇ ਇਤਿਹਾਸਕਾਰ ਇਹ ਵੀ ਗੱਲ ਮੰਨਦੇ ਨੇ ਕਿ ਇਹ ਲੋਕ ਆਪਣੇ ਸਮਾਨ ਨੂੰ ਟਰਾਂਸਪੋਰਟ ਕਰਨ ਦੇ ਲਈ ਸ਼ਾਇਦ ਕੋਈ ਟਾਇਰ ਵਾਲੇ ਸਾਧਨਾਂ ਦੀ ਵਰਤੋਂ ਕਰਿਆ ਕਰਦੇ ਸਨ ਜਾਨੀ ਕਿ ਉਹਨਾਂ ਲੋਕਾਂ ਨੇ ਅੱਜ ਤੋਂ 5000 ਸਾਲ ਪਹਿਲਾਂ ਹੀ ਟਾਇਰ ਦੇ ਨਾਲ ਚੱਲਣ ਵਾਲੇ ਸਾਧਨਾਂ ਨੂੰ ਬਣਾ ਲਿਆ ਸੀ। ਹਾਲਾਂਕਿ ਇਹ ਗੱਲ ਪੂਰੀ ਤਰ੍ਹਾਂ ਦੇ ਨਾਲ ਸਾਬਤ ਨਹੀਂ ਹੋਈ ਹੈ। ਇਸ ਤੋਂ ਬਿਨਾਂ ਇੱਥੇ ਖੁਦਾਈ ਦੇ ਵਿੱਚ ਮਿਲੀਆਂ ਕੁਝ ਚੀਜ਼ਾਂ ਮੋਹਰ ਵਰਗੀਆਂ ਦਿਖਾਈ ਦਿੰਦੀਆਂ ਨੇ। ਆਰਕੀਓਲੋਜਿਸਟ ਦਾ ਇਹ ਕਹਿਣਾ ਹੈ ਕਿ ਸਿੰਧੂ ਘਾਟੀ ਦੇ ਲੋਕ ਆਪਣੇ ਵਪਾਰ ਦੇ ਸਮੇਂ ਇਹ ਮੋਹਰਾਂ ਦੀ ਵਰਤੋਂ ਆਪਣੀਆਂ ਚੀਜ਼ਾਂ ਦੀ ਪਹਿਚਾਣ ਕਰਨ ਵੇਲੇ ਕਰਦੇ ਸਨ। ਇਸ ਤੋਂ ਬਿਨਾਂ ਕੁਝ ਲੋਕ ਖੁਦਾਈ 'ਚ ਮਿਲੀਆਂ ਹੋਈਆਂ ਮੋਹਰਾਂ ਨੂੰ ਭਗਵਾਨ ਸ਼ਿਵ ਦਾ ਚਿੱਤਰ ਵੀ ਮੰਨਦੇ ਨੇ ਤੇ ਨਾਲ ਹੀ ਜਿਹੜੀ ਮੋਹਰ ਦੇ ਉੱਤੇ ਇਨਸਾਨ ਵਰਗਾ ਚਿੱਤਰ ਬਣਿਆ ਹੋਇਆ ਤੇ ਉਸ ਨੂੰ ਯੋਗ ਕਰਦੇ ਹੋਏ ਇਨਸਾਨ ਦੀ ਮੋਹਰ ਸਮਝਿਆ ਜਾਂਦਾ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਅੱਜ ਦੇ ਟਾਈਮ ਦੇ ਵਿੱਚ ਬਟਨ ਦੀ ਵਰਤੋਂ ਕਿੰਨੀਆਂ ਚੀਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ। ਖਾਸ ਕਰਕੇ ਸਾਡੇ ਕੱਪੜਿਆਂ ਦੇ ਵਿੱਚ ਇਸ ਦੀ ਵਰਤੋਂ ਕਾਫੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ ਪਰ ਅਸੀਂ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੁਨੀਆ ਦੇ ਵਿੱਚ ਪਹਿਲੀ ਵਾਰ ਬਟਨ ਨੂੰ ਸਿੰਧੂ ਘਾਟੀ ਦੇ ਸਭ्यता ਦੇ ਸਮੇਂ ਹੀ ਬਣਾਇਆ ਗਿਆ ਸੀ। ਅਸਲ ਦੇ ਵਿੱਚ ਉਹ ਟਾਈਮ ਲੋਕ ਇਹਨਾਂ ਦੀ ਵਰਤੋਂ ਗਹਿਣਿਆਂ ਦੇ ਰੂਪ ਵਿੱਚ ਕਰਦੇ ਸਨ। ਉਸ ਟਾਈਮ ਇਹਨਾਂ ਨੂੰ ਸੀਪੀਆਂ ਤੋਂ ਬਣਾਇਆ ਜਾਂਦਾ ਸੀ। ਖੁਦਾਈ ਦੇ ਵਿੱਚ ਮਿਲੇ ਹੋਏ ਬਟਨਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਚਿੱਤਰ ਵੀ ਬਣੇ ਹੋਏ ਨਜ਼ਰ ਆ ਰਹੇ ਨੇ। ਨਾਲ ਹੀ ਇਹਨਾਂ ਬਟਨਾਂ ਦੇ ਵਿਚਕਾਰ ਇੱਕ ਗਲੀ ਵੀ ਦਿਖਾਈ ਦਿੰਦੀ ਹੈ ਜਿਸ ਦੇ ਕਾਰਨ ਇਹਨਾਂ ਨੂੰ ਧਾਗੇ ਦੇ ਵਿੱਚ ਪਰੋ ਕੇ ਬੰਨਿਆ ਜਾਂਦਾ ਸੀ। ਤੁਹਾਨੂੰ ਇੱਥੇ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਮੋਹਨਜੋਦੜੋ ਦੀ ਖੁਦਾਈ ਦੇ ਵਿੱਚ ਖੋਜਿਆ ਗਿਆ ਬਟਨ 5000 ਸਾਲ ਪੁਰਾਣਾ ਹੈ। ਇਸ ਤੋਂ ਬਿਨਾਂ ਇੱਕ ਹੋਰ ਚੀਜ਼ ਵੀ ਜਿਸ ਨੂੰ ਸਭ ਤੋਂ ਪਹਿਲਾਂ ਸਿੰਧੂ ਘਾਟੀ ਦੇ ਵਿੱਚ ਹੀ ਬਣਾਇਆ ਗਿਆ ਸੀ ਉਹ ਹੈ ਸਟੈਪ ਵਾਲ ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਬੌਲੀ ਕਹਿੰਦੇ ਹਾਂ। ਮੋਹਨਜੋਦੜੋ ਦੀ ਖੁਦਾਈ ਦੇ ਵਿੱਚ ਅਜਿਹੇ ਕਈ ਸਬੂਤ ਮਿਲੇ ਨੇ ਜਿਸ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਮੋਹਨਜੋਦੜੋ ਦੇ ਅੰਦਰ ਪਾਣੀ ਵਾਲੀਆਂ ਬੌਲੀਆਂ ਵੀ ਹੋਇਆ ਕਰਦੀਆਂ ਸਨ। ਮੰਨਿਆ ਜਾਂਦਾ ਹੈ ਕਿ ਉਹਨਾਂ ਬੌਲੀਆਂ ਦੇ ਬਣਾਉਣ ਦੇ ਪਿੱਛੇ ਉਹਨਾਂ ਲੋਕਾਂ ਦੀ ਕੋਈ ਧਾਰਮਿਕ ਵਜ੍ਹਾ ਵੀ ਰਹੀ ਹੋਵੇਗੀ। ਅੱਜ ਦੇ ਸਮੇਂ ਜਿੱਥੇ ਭਾਰਤ ਦਾ ਰਾਜ ਗੁਜਰਾਤ ਮੌਜੂਦ ਹੈ ਉੱਥੇ ਕਿਸੇ ਟਾਈਮ ਸਿੰਧੂ ਘਾਟੀ ਦਾ ਸ਼ਹਿਰ ਲੋਥਲ ਹੋਇਆ ਕਰਦਾ ਸੀ ਜਿਸ ਨੂੰ ਸਿੰਧੂ ਘਾਟੀ ਦੇ ਮਾਡਰਨ ਸ਼ਹਿਰਾਂ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਸ਼ਹਿਰ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਸੀ ਵੀ ਕਿਤੇ ਕਿੰਨਾ ਵੀ ਭਾਰੀ ਹੜ੍ਹ ਕਿਉਂ ਨਾ ਆ ਜਾਵੇ ਇਹ ਸ਼ਹਿਰ ਕਦੇ ਵੀ ਪਾਣੀ ਦੇ ਵਿੱਚ ਨਹੀਂ ਡੁੱਬ ਸਕਦਾ ਸੀ। ਇਹੀ ਵਜ੍ਹਾ ਹੈ ਕਿ ਇਸ ਪ੍ਰਾਚੀਨ ਸ਼ਹਿਰ ਨੂੰ ਦੇਖ ਕੇ ਅੱਜ ਦੇ ਇੰਜੀਨੀਅਰ ਵੀ ਹੈਰਾਨ ਰਹਿ ਜਾਂਦੇ ਨੇ ਤੇ ਨਾਲ ਹੀ ਇਹ ਸ਼ਹਿਰ ਦਾ ਡਿਜ਼ਾਈਨ ਇਹ ਸਾਬਤ ਕਰਦਾ ਹੈ ਕਿ ਸਿੰਧੂ ਘਾਟੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਇੰਨੀ
ਇੰਜੀਨੀਅਰਿੰਗ ਸਕਿੱਲ ਆਪਣੇ ਸਮੇਂ ਤੋਂ ਬਹੁਤ ਜ਼ਿਆਦਾ ਅੱਗੇ ਅਤੇ ਐਡਵਾਂਸ ਸੀ। ਸ਼ਾਇਦ ਤੁਹਾਨੂੰ ਲੱਗਦਾ ਹੋਵੇਗਾ ਕਿ ਡੈਂਟਿਸਟ ਇੱਕ ਅਜਿਹੀ ਮੈਡੀਕਲ ਪ੍ਰੈਕਟਿਸ ਹੈ ਜਿਸ ਦੀ ਸ਼ੁਰੂਆਤ ਅੱਜ ਦੇ ਮਾਡਰਨ ਸਮੇਂ ਦੇ ਵਿੱਚ ਹੋਈ ਹੋਵੇਗੀ, ਪਰ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੀ ਸ਼ੁਰੂਆਤ ਅੱਜ ਤੋਂ 5000 ਸਾਲ ਪਹਿਲਾਂ ਸਿੱਧੂ ਘਾਟੀ ਦੇ ਵਿੱਚ ਹੋ ਗਈ ਸੀ, ਕਿਉਂਕਿ ਉਸ ਸਭਿਅਤਾ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਸਨ ਕਿ ਦੰਦਾਂ ਦੀ ਦੇਖ-ਰੇਖ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤਰ੍ਹਾਂ ਸਿੱਧੂ ਘਾਟੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਡੈਂਟਿਸਟ ਪ੍ਰੈਕਟਿਸ ਦੀ ਸ਼ੁਰੂਆਤ ਕੀਤੀ ਸੀ। ਸਿੱਧੂ ਘਾਟੀ ਦੀ ਸਭਿਅਤਾ ਉਸ ਟਾਈਮ ਧਰਤੀ ਦੇ ਉੱਪਰ ਸਵਰਗ ਦੀ ਤਰ੍ਹਾਂ ਮੰਨੀ ਜਾਂਦੀ ਸੀ। ਅਸਲ ਦੇ ਵਿੱਚ ਇਹ ਸਭਿਅਤਾ ਸਿੱਧੂ ਨਦੀ ਦੇ ਮੈਦਾਨਾਂ ਦੇ ਉੱਪਰ ਵਸੀ ਹੋਈ ਸੀ, ਜਿਹੜੀਆਂ ਉਸ ਟਾਈਮ ਦੀਆਂ ਦੁਨੀਆ ਦੀ ਸਭ ਤੋਂ ਜ਼ਿਆਦਾ ਉਪਜਾਊ ਜ਼ਮੀਨਾਂ ਦੇ ਵਿੱਚੋਂ ਇੱਕ ਹੋਇਆ ਕਰਦੀਆਂ ਸਨ। ਇਸ ਜਗ੍ਹਾ ਤੇ ਲੋਕਾਂ ਨੂੰ ਪਾਣੀ ਅਤੇ ਖਾਣੇ ਦੀ ਕਮੀ ਕਦੇ ਵੀ ਮਹਿਸੂਸ ਨਹੀਂ ਹੁੰਦੀ ਸੀ। ਇਸ ਸਭਿਅਤਾ ਦੇ ਲੋਕ ਕਣਕ ਅਤੇ ਜੌਂ ਨੂੰ ਚੰਗੀ ਤਰ੍ਹਾਂ ਦੇ ਨਾਲ ਉਗਾਉਣਾ ਜਾਣਦੇ ਸਨ। ਅਨਾਜ ਤੋਂ ਬਿਨਾਂ ਉਹ ਲੋਕ ਸਬਜ਼ੀਆਂ, ਫਲ ਅਤੇ ਆਂਡੇ ਵੀ ਖਾਂਦੇ ਸਨ। ਇੱਕ ਅੰਦਾਜ਼ੇ ਦੇ ਮੁਤਾਬਕ ਇਹ ਸਭਿਅਤਾ ਦੇ ਵਿੱਚ ਲੋਕਾਂ ਦੀ ਆਬਾਦੀ 50 ਲੱਖ ਦੇ ਆਸ-ਪਾਸ ਸੀ ਤੇ ਇਹ ਲੋਕ ਸ਼ਾਂਤੀ ਦੇ ਨਾਲ ਆਪਣਾ ਜੀਵਨ ਗੁਜ਼ਾਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ, ਕਿਉਂਕਿ ਹੁਣ ਤੱਕ ਦੀਆਂ ਖੋਜਾਂ ਤੇ ਖੁਦਾਈ ਦੇ ਦੌਰਾਨ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਥਿਆਰ ਨਹੀਂ ਮਿਲਿਆ ਹੈ ਜਿਹੜਾ ਕਿ ਸਾਬਤ ਕਰ ਸਕੇ ਕਿ ਇਹ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੇ ਯੁੱਧ ਦੇ ਵਿੱਚ ਹਿੱਸਾ ਲਿਆ ਹੋਵੇਗਾ। ਸਿੱਧੂ ਘਾਟੀ ਦੀ ਸਭਿਅਤਾ ਹਜ਼ਾਰਾਂ ਸਾਲਾਂ ਤੱਕ ਐਵੇਂ ਹੀ ਵੱਧਦੀ ਫੁੱਲਦੀ ਰਹੀ, ਪਰ 1900 BC ਤੱਕ ਆਉਂਦੇ ਇਸ ਦਾ ਪਤਨ ਸ਼ੁਰੂ ਹੋ ਗਿਆ। ਇੱਥੇ ਰਹਿਣ ਵਾਲੇ ਲੋਕਾਂ ਨੇ ਇਹਨਾਂ ਸ਼ਹਿਰਾਂ ਨੂੰ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ। ਲੋਕ ਇੱਥੋਂ ਕਿਉਂ ਜਾਣ ਲੱਗੇ ਸਨ, ਇਸ ਦਾ ਕੋਈ ਠੋਸ ਸਬੂਤ ਅੱਜ ਤੱਕ ਨਹੀਂ ਮਿਲਿਆ ਹੈ, ਪਰ ਅੱਡ-ਅੱਡ ਇਤਿਹਾਸਕਾਰ ਇਸ ਸਭਿਅਤਾ ਦੇ ਪਤਨ ਦੇ ਅੱਡ-ਅੱਡ ਕਾਰਨ ਦੱਸਦੇ ਨੇ। ਕੁਝ ਦਾ ਕਹਿਣਾ ਹੈ ਕਿ ਵਿਦੇਸ਼ੀ ਤਾਕਤਾਂ ਨੇ ਇਹਨਾਂ ਦੇ ਸ਼ਹਿਰਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਸਿੱਧੂ ਘਾਟੀ ਦੀ ਸੈਨਿਕ ਸ਼ਕਤੀ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਸੀ, ਇਸ ਕਾਰਨ ਇਹ ਸਭਿਅਤਾ ਦਾ ਅੰਤ ਹੋ ਗਿਆ। ਕੁਝ ਐਕਸਪਰਟ ਇਸ ਸਭਿਅਤਾ ਦੇ ਪਤਨ ਦੇ ਪਿੱਛੇ ਸੋਕਾ, ਭੁਚਾਲ ਤੇ ਕਿਸੇ ਮਹਾਮਾਰੀ ਦਾ ਕਾਰਨ ਵੀ ਦੱਸਦੇ ਨੇ। ਬਹੁਤ ਸਾਰੇ ਇਤਿਹਾਸਕਾਰ ਇਸ ਸਭਿਅਤਾ ਦੇ ਪਤਨ ਦਾ ਕਾਰਨ ਹੜ੍ਹਾਂ ਨੂੰ ਵੀ ਮੰਨਦੇ ਨੇ, ਪਰ 1900 ਤੋਂ ਲੈ ਕੇ 1300 BCE ਦੇ ਵਿਚਕਾਰ ਇਹ ਸਭਿਅਤਾ ਦਾ ਪੂਰੀ ਤਰ੍ਹਾਂ ਦੇ ਨਾਲ ਅੰਤ ਹੋ ਗਿਆ ਤੇ ਅੱਜ ਦੁਨੀਆ ਦੇ ਵਿੱਚ ਇਸ ਦੇ ਸਿਰਫ ਕੁਝ ਕੁ ਨਿਸ਼ਾਨ ਹੀ ਬਾਕੀ ਰਹਿ ਗਏ ਸਨ। ਇਹ ਸਨ ਜੀ ਸਿੱਧੂ ਘਾਟੀ ਦੀ ਸਭਿਅਤਾ ਨਾਲ ਜੁੜੇ ਹੋਏ ਰੌਚਕ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।